ਪੰਜਾਬ ਦੇ ਵਿੱਚ ਜਿੱਥੇ ਪਾਣੀ ਦਾ ਪੱਧਰ ਰੋਜ਼ਾਨਾ ਹੇਠਾਂ ਜਾ ਰਿਹਾ ਉੱਥੇ ਕਿਸਾਨਾਂ ਦੀ ਜਿਹੜੀ ਚਿੰਤਾ ਹੈਗੀ ਉਹ ਵੱਧਦੀ ਜਾ ਰਹੀ ਹੈ। ਪਰ ਕਿਸਾਨ ਨਵੀਂ ਤਕਨੀਕਾਂ ਦੇ ਨਾਲ ਅਗਰ ਖੇਤੀ ਕਰਨ ਤਾਂ ਉਹ ਜ਼ਰੂਰ ਜਿਹੜਾ ਹੈ ਅੱਛੀ ਜਿਹੜੀ ਮੁਨਾਫਾ ਹੈ ਉਸ ਤੋਂ ਕਮਾ ਸਕਦੇ ਨੇ। ਹੋਰ ਵੀ ਕਿਸ ਤਰ੍ਹਾਂ ਦੀ ਜਿਹੜੀ ਖੇਤੀ ਕੀਤੀ ਜਾ ਸਕਦੀ, ਨਵੇਂ ਢੰਗ ਕਿਵੇਂ ਕੀਤੇ ਜਾ ਸਕਦੇ ਨੇ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਚਿੰਤਕ HS ਫੂਲਕਾ जी मौजूद ने। फूलका साहब ਅਸੀਂ देख रहे हैं कि वकालत ਦੇ ਨਾਲ ਤੁਸੀਂ ਪੰਜਾਬ ਨੂੰ ਲੈ ਕੇ ਵੀ ਕਾਫੀ ਚਿੰਤਤ ਹੋ। ਪਹਿਲਾਂ ਸਿਆਸਤ 'ਚ ਰਹੇ, ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਕਿਸਾਨਾਂ ਲਈ ਕੰਮ ਕਰ ਰਹੇ ਹੋ ਤਾਂ ਹੁਣ ਨਵੀਂ ਜਿਹੜੀ ਤਕਨੀਕ ਲੈ ਕੇ ਆਏ ਹੋ, ਇਹ ਕੀ ਤਕਨੀਕ ਹੈ? देखो पहली गल तो चिंतक की जिन्ने भी पंजाबी सारे चिंतक ने पंजाब के बारे, खास करके जो पंजाब तो बैठे बाहर बैठे हैं। मैं भी दिल्ली बैठा, उत्थे बड़ी चिंता, जेडे दूजे देशों बैठे उन्होंने होर भी चिंता, पर असी की चिंता असी करके सरकारां नूं गालां कढ़ के ते चुप कर जाने हैं, पर वो साडा हल नहीं है। हल नहीं, अपनी अपनी जिम्मेवारी जो बनती है वो करिए, वो पूरी करिए। देखो डॉक्टर अवतार सिंह फगवाड़ा ने इन्ना वधिया तरीका निकालिया, पर हुण अगे सी वो लैके जाना। हुण जिवें झोने वाला ਜਦੋਂ ਅਸੀਂ ਪਿਛਲੀ ਵਾਰੀ ਆ ਕੇ ਦੱਸਿਆ, ਤੁਸੀਂ ਮੀਡੀਆ ਨੇ ਤੇ ਤੁਹਾਡੇ ਟੀਵੀ ਚੈਨਲ ਨੇ ਤੇ ਬਾਕੀ ਸਾਰਿਆਂ ਨੇ ਬੜਾ ਉਸ ਨੂੰ ਅੱਗੇ ਵੱਧ ਚੜ੍ਹ ਕੇ ਦੱਸਿਆ, ਕਿਸਾਨਾਂ ਨੂੰ ਟ੍ਰੇਨ ਕੀਤਾ। ਉਹਦਾ ਅਸਰ ਇਹ ਹੋਇਆ ਕਿ ਜਿੰਨੀ ਇਸ ਟਾਈਮ ਸਿੱਧੀ ਬਿਜਾਈ ਹੋਈ ਆ ਉਹਦਾ 90% ASR ਵਿਧੀ ਨਾਲ ਹੋਈ ਆ ਨਾ। ਹੁਣ ਇਹ ASR ਵਿਧੀ ਐਸੀ ਵਿੱਚ, ਕਿਉਂਕਿ ਪਹਿਲਾਂ ਜਿਹੜੀ DSR ਵਿਧੀ ਸੀ ਉਹਦੇ ਨਾਲ ਕਿਸਾਨ ਬਹੁਤੇ ਖੁਸ਼ ਨਹੀਂ ਸੀ। ਹੁਣ ASR ਵਿਧੀ ਦੇ ਨਾਲ ਹੁਣ ਅੱਜ ਵੀ ਕਿਸਾਨ ਤੁਹਾਡੇ ਅੱਗੇ ਪੇਸ਼ ਕੀਤੇ ਅਸੀਂ, ਜਿਨ੍ਹਾਂ ਨੇ ਲਗਾਈ ਆ ਸਾਰੇ ਬੜੇ ਖੁਸ਼ ਆ। 7-8 ਹਜ਼ਾਰ ਰੁਪਇਆ ਉਹਨਾਂ ਦੀ ਬਚਤ ਵੀ ਹੋਈ ਆ, ਝਾੜ ਵੀ ਉਨਾ ਹੀ, ਤੇ ਨਾਲ ਦੀ ਨਾਲ ਜਿਹੜਾ ਜ਼ਮੀਨ ਬਚੀ 90% ਪਾਣੀ ਦੀ ਬਚਤ, ਖਾਦ ਵੀ ਬਹੁਤ ਘੱਟ, ਜ਼ਮੀਨ ਵੀ ਬਚੀ ਉਹਨਾਂ ਦੀ। ਹੁਣ ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਨੇ ਦੂਜੀਆਂ ਫਸਲਾਂ ਵਾਸਤੇ ਤਰੀਕਾ ਇੱਕ ਐਸਾ ਨਿਕਾਲਿਆ ਕਿ ਇਹ ਫਸਲਾਂ ਦੀ ਬਿਜਾਈ ਇਸ ਤਰ੍ਹਾਂ ਕੀਤੀ ਜਾਵੇ ਕਿ 2-3 ਫਸਲਾਂ ਇਕੱਠੀਆਂ ਬੀਜੀਆਂ ਜਾਣ, ਉਹ 3-3 ਫਸਲਾਂ ਇੱਕ ਦੂਜੇ ਦੀ ਮਦਦ ਕਰਨਗੀਆਂ, ਤੇ ਨਾਲੇ ਉਹ ਬੈੱਡ ਬਣਾ ਕੇ ਬੀਜੇ ਜਾਣ, ਪਟੜੇ ਬਣਾ ਕੇ 4-4 ਫੁੱਟ ਦੇ ਪਟੜੇ ਬਣਾ ਕੇ, ਤੇ ਪਾਣੀ ਜਿਹੜਾ ਲਾਇਆ ਜਾਵੇ ਸਿਰਫ ਖਾਈਆਂ 'ਚ ਲਾਇਆ ਜਾਵੇ, ਤਰਨਾ ਕੀਤਾ ਜਾਵੇ। ਉਹ ਨਾਲ ਪਾਣੀ ਦੀ 80 ਤੋਂ 90% ਬਚਤ ਆ। ਬੀਜ ਬਹੁਤ ਘੱਟ ਪਾਇਆ ਜਾਂਦਾ। ਖਾਦ ਪਹਿਲੇ ਸਾਲ ਤਾਂ ਤੁਹਾਨੂੰ ਅੱਧੀ ਤੋਂ ਵੀ ਘੱਟ ਪਾਉਣੀ ਪਏਗੀ, ਦੂਜੇ ਸਾਲ ਚੌਥੇ ਹਿੱਸੇ ਤੋਂ ਵੀ ਘੱਟ ਪਾਉਣੀ ਪਏਗੀ, ਔਰ ਤੀਜੇ ਸਾਲ ਤਾਂ ਬਿਲਕੁਲ ਆਰਗੈਨਿਕ ਹੋ ਜਾਏਗੀ, ਲੋੜ ਹੀ ਨਹੀਂ ਇਹਨੂੰ। ਬਲਕਿ ਲੋਕ ਆਰਗੈਨਿਕ ਕਹਿੰਦੇ ਆ, ਇਹ ਇੱਕ ਤਰ੍ਹਾਂ ਦੀ ਪਹਿਲੇ ਦੂਜੇ ਸਾਲ ਤੁਹਾਡੀ ਸੈਮੀ ਆਰਗੈਨਿਕ, ਤੀਜੇ ਸਾਲ ਤੋਂ ਆਰਗੈਨਿਕ, ਇਹ ਆਰਗੈਨਿਕ ਵਾਲੇ ਪਾਸੇ ਨੂੰ ਜਾ ਰਹੇ ਹੋ ਤੁਸੀਂ। ਬਲਕਿ ਜਿਹੜੀ ਆਪਾਂ ਆਪਣੇ ਘਰਾਂ 'ਚ ਵੀ ਤਾਂ ਹੁਣ ਆਪਣੀ ਬੀਜੀ ਹੋਈ ਖਾਂਦੇ ਆ, ਉਹ ਵੀ ਇੱਕ ਤਰ੍ਹਾਂ ਦੀ ਜ਼ਹਿਰ ਦੀ ਭਰੀ ਹੋਈ ਆ। ਤੁਸੀਂ ਉਹ ਆਪਣੇ ਵਿੱਚ ਆਪਣੇ ਬੱਚਿਆਂ ਨੂੰ ਵੀ ਨਾਲ ਕਰ ਰਹੇ ਹੋ। ਨਾਲ ਦੀ ਨਾਲ ਇਹ 3-3 ਫਸਲਾਂ ਬੀਜ ਕੇ ਜਿੰਨੀ ਆਮਦਨ ਹੋਣਾ ਉਦੋਂ ਦੁੱਗਣੀ ਤਿੱਗਣੀ ਹੋ ਸਕਦੀ ਹੈ ਇਹ ਤਰੀਕੇ ਨਾਲ। ਹੁਣ ਜਿਵੇਂ ਇਹਨਾਂ ਨੇ ਕਿਹਾ ਕਣਕ, ਮਸਰ ਤੇ ਨਾਲ ਮੈਂਥਾ, ਕਣਕ ਛੋਲੇ ਤੇ ਮੈਂਥਾ, ਤੇ ਕਣਕ ਮਟਰ ਤੇ ਮੈਂਥਾ, ਇਹ 3-3 ਇਕੱਠੇ ਬੀਜਣੀਆਂ। ਹੁਣ ਜਿਹੜੀ ਕਣਕ ਦੇ ਵਿੱਚੋਂ ਤਕਰੀਬਨ 45-46 ਹਜ਼ਾਰ ਦੀ ਕਣਕ ਕੱਢਦੇ ਆ, ਇਸ ਤਰੀਕੇ ਦੇ ਨਾਲ ਤਿੰਨਾਂ ਫਸਲਾਂ ਨੂੰ ਰਲਾ ਕੇ ਬੜੇ ਆਰਾਮ ਨਾਲ 1,15,20 ਹਜ਼ਾਰ 1,15,20 ਹਜ਼ਾਰ ਦੀ ਉਹ ਫਸਲ ਕੱਢ ਲੈਂਦੇ ਆ। ਇਹ ਕਿਸਾਨ ਅੱਜ ਪੇਸ਼ ਕੀਤੇ ਆ ਇੱਥੇ ਲਿਆ ਕੇ, ਅਸੀਂ ਕਿਸਾਨ ਜਿਹੜੇ ਉਹ ਕੱਢ ਰਹੇ ਆ, ਤੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚ ਕਿਹਾ ਕਿ ਅਸੀਂ ਉਹ ਡੈਮੋ ਸੈਂਟਰ ਬਣਾਉਣ ਨੂੰ ਤਿਆਰ ਹੈ, ਇੱਕ ਤਰ੍ਹਾਂ ਦਾ ਪ੍ਰਦਰਸ਼ਨੀ ਜੋ ਕੇਂਦਰ ਆ, ਉਹ ਆਪਣੀਆਂ ਜ਼ਮੀਨਾਂ ਸਾਰੇ ਕਿਸਾਨ ਜਿਹੜੇ ਕਹਿੰਦੇ ਆ, ਦੂਜੇ ਕਿਸਾਨ ਵੀ ਆ ਕੇ ਦੇਖਣ। ਅਸੀਂ NRI ਵੀਰਾਂ ਨੂੰ ਵੀ ਅੱਜ ਬੇਨਤੀ ਕੀਤੀ ਆ ਕਿ ਤੁਸੀਂ ਆਪਣੀਆਂ ਜ਼ਮੀਨਾਂ ਦੇ ਉੱਤੇ ਕੇਂਦਰ ਲਗਾਓ। ਕੋਈ ਜ਼ਮੀਨ ਇਹਨਾਂ ਨੇ ਡਾਕਟਰ ਅਵਤਾਰ ਸਿੰਘ ਨੂੰ ਨਹੀਂ ਦੇਣੀ, ਜ਼ਮੀਨ ਤੁਹਾਡੀ ਆਪਣੀ। ਡਾਕਟਰ ਅਵਤਾਰ ਸਿੰਘ ਕੋਲੇ ਇੱਕ ਬੰਦਾ ਭੇਜ ਦਿਓ ਜਿਹੜੇ ਉਹਨੂੰ ਟ੍ਰੇਨ ਕਰ ਦੇਣਗੇ, ਉਹ ਟ੍ਰੇਨ ਕਰਕੇ ਆ ਕੇ ਤੁਹਾਡੇ ਆਪਣੀ ਜ਼ਮੀਨ ਦੇ ਉੱਤੇ ਬਣਾਏ, ਤੇ ਤੁਸੀਂ ਅੱਗੇ ਆਪਣੀ ਉਹ ਪ੍ਰਦਰਸ਼ਨੀ ਆਪਣੀ ਸਾਰੇ ਪਿੰਡ ਵਾਲਿਆਂ ਨੂੰ ਦਿਖਾਓ ਵੀ ਆਹ ਦੇਖੋ ਭਾਈ, ਆਹ ਬੀਜ ਕੇ ਅਸੀਂ ਇਹ ਕੀਤਾ। ਨਾਲੇ ਉਹ ਪਿੰਡ ਵਾਲੇ ਜੋ ਦੇਖਣਗੇ ਕਿ ਆਮਦਨ ਵੀ ਤੁਸੀਂ ਦੁੱਗਣੀ ਤਿੱਗਣੀ ਕੱਢ ਰਹੇ ਹੋ, ਤੇ ਨਾਲ ਦੀ ਨਾਲ ਆਪਣੀ ਜ਼ਮੀਨ ਨੂੰ ਵੀ ਬਚਾ ਰਹੇ ਹੋ। ਤਾਂ ਇਹ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਦਾ ਹਾਲ ਆ। ਛੋਟੇ ਕਿਸਾਨ ਦੀ ਜੋ ਆਮਦਨ ਵਧੂਗੀ ਤੇ ਇਹ ਤਾਂ ਇੱਥੇ ਜਾ ਕੇ ਪੰਜਾਬ ਵਾਪਸ ਖੁਸ਼ਹਾਲੀ ਦੇ ਰਾਹ 'ਤੇ ਚੱਲੂਗਾ। ਤਾਂ ਇਹ ਬਹੁਤ ਵਧੀਆ ਤਰੀਕਾ ਡਾਕਟਰ ਅਵਤਾਰ ਸਿੰਘ ਹੋਰਾਂ ਨੇ ਕੱਢਿਆ ਵਾ। ਤੇ ਹੁਣ ਮੀਡੀਆ ਨੂੰ ਮੇਰੀ ਬੇਨਤੀ ਆ ਕਿ ਮੀਡੀਆ 'ਤੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਲੱਗੇ, ਤੇ ਨਾਲ NRI ਵੀਰ ਆਪਣੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਇਹ ਤਰੀਕਾ ਅਡੋਪਟ ਕਰੋ, ਤੇ ਪਿੰਡਾਂ ਨੂੰ ਵੀ ਕਹੋ ਕਿ ਇਸ ਤਰ੍ਹਾਂ ਕਰਨ ਤੇ ਆਪਣੀ ਆਮਦਨ ਦੁੱਗਣੀ ਤਿੱਗਣੀ ਕਰਨ। ਫੂਲਕਾ ਸਾਹਿਬ, ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਜਿਵੇਂ ਤੁਸੀਂ ਅੱਜ ਕੁਛ ਇੱਕ ਕਿਸਾਨ ਇੱਥੇ ਪੇਸ਼ ਕੀਤੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਫਸਲ ਬੋਈ ਹੈ, ਤੇ ਹੋਰ ਲੋਕ ਨੇ ਜਿਹੜੇ ਉਹ ਕਿਸ ਤਰ੍ਹਾਂ ਜੁੜਨਗੇ? ਕਿਉਂਕਿ ਕਈ ਵਾਰ ਅਸੀਂ ਆਪ ਡਰਦੇ ਹਾਂ ਕਿ ਅਗਰ ਅਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਸ਼ਾਇਦ ਖਰਾਬ ਨਾ ਹੋ ਜਾਏ ਕੁਝ। ਬਿਲਕੁਲ ਠੀਕ ਹੈ ਹੀ ਕਿ ਉਹ ਇਹਨਾਂ ਨੇ ਵੀ ਪਹਿਲਾਂ ਕੀਤਾ। ਜਿਹਦੇ ਕੋਲੇ 10 ਕਿੱਲੇ ਆ ਉਹਨੇ ਪਹਿਲਾਂ 1 ਕਿੱਲਾ ਲਗਾਇਆ, ਦੂਜੇ ਸਾਲ ਉਹਨੇ 4 ਕਿੱਲੇ ਲਗਾ ਲਏ, ਤੀਜੇ ਸਾਲ ਉਹਨੇ 10 ਦੇ 10 ਲਗਾ ਲਏ, ਇਸ ਤਰ੍ਹਾਂ ਕਰਕੇ ਲਗਾਏ ਆ। ਉਹ ਅਸੀਂ ਦੂਜੇ ਲੋਕਾਂ ਨੂੰ ਵੀ ਕਹਿ ਰਹੇ ਹਾਂ ਵੀ ਆਪ ਲਗਾ ਲਓ, ਤੁਸੀਂ 1 ਕਿੱਲਾ 2 ਕਿੱਲੇ ਆਪਣੇ ਜ਼ਰੂਰ ਲਗਾ ਲਓ। ਉਹ ਦੇਖ ਲਓ ਜਿਹਦੇ ਕੋਲੇ 3 ਕਿੱਲੇ ਆ ਉਹ ਵਿੱਚੋਂ ਆਪਣਾ ਅੱਧਾ ਕਿੱਲਾ ਲਗਾ ਲਓ। ਬਲਕਿ ਇਹੀ ਕਹਿ ਰਹੇ ਹਾਂ, ਇਹ ਲਗਾ ਕੇ ਦੇਖ ਲਓ, ਜਦੋਂ ਤੁਹਾਡੀ ਤਸੱਲੀ ਹੋਵੇ ਉਦੋਂ ਬਾਅਦ ਜਾ ਕੇ ਵਧੋ।
ਤੁਸੀਂ ਗੱਲ ਕੀਤੀ ਕਿ ਜਗ੍ਹਾ ਜਗ੍ਹਾ ਤੇ ਜਿਹੜੇ ਹੈਗੇ ਸੈਂਟਰ ਲਗਾਏ ਜਾਣਗੇ ਤਾਂ ਕਿ ਲੋਕ ਉੱਥੋਂ ਆ ਕੇ ਸਿੱਖਣ, ਜਿਹੜੇ ਕਿਸਾਨ ਚਾਹੁੰਦੇ ਤੇ ਉਹ ਕਿਸ ਤਰ੍ਹਾਂ ਪੋਸੀਬਲ ਹੋ ਪਾਏਗਾ। ਕਈ NRIs ਨੇ ਆ ਕਿਹਾ ਕਿ ਸਾਡੀਆਂ ਜ਼ਮੀਨਾਂ ਵਿੱਚ ਤੁਸੀਂ ਕਰ ਦਿਓ। ਕਈਆਂ ਨੇ ਹੁਣ ਆਹੀ ਜਿਹੜੇ ਜਿੰਨੇ ਵੀ ਕਿਸਾਨ ਇੱਥੇ ਆਏ ਆ, ਹੁਣ ਇਹ ਸਾਰਿਆਂ ਨੇ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਨੇ ਇੱਕ ਤਰ੍ਹਾਂ ਦੇ ਦੱਸਤਾ ਲੋਕਾਂ ਨੂੰ, ਆਪਣੇ ਪਿੰਡ ਵਾਲਿਆਂ ਨੂੰ ਕਿ ਆ ਕੇ ਦੇਖੋ ਜੀ, ਆਪਣੇ ਸਾਰੇ ਇਹਨਾਂ ਨੇ ਆਪਣੇ ਜ਼ਮੀਨਾਂ ਨੂੰ ਹੀ ਇੱਕ ਤਰ੍ਹਾਂ ਦੇ ਡੈਮੋਨਸਟ੍ਰੇਸ਼ਨ ਸੈਂਟਰ ਬਣਾ ਲਿਆ। ਤਾਂ ਇਸ ਤਰ੍ਹਾਂ ਕਰਕੇ ਕਈ ਲੋਕ ਆ ਰਹੇ ਆ ਜਿਹੜੇ ਕਹਿ ਰਹੇ ਆ ਸਾਡਾ ਹੁਣ ਟਾਰਗੇਟ ਇਹ ਆ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ, ਕਿਉਂਕਿ ਗੁਰੂ ਨਾਨਕ ਬਾਬੇ ਨਾਨਕ ਦੀ ਜ਼ਮੀਨ ਆ, ਬਾਬੇ ਨਾਨਕ ਦੀ ਖੇਤੀ ਆ, 550 ਇਹ ਇੱਕ ਸਾਲ ਦੇ ਵਿੱਚ ਅਸੀਂ ਇੱਥੇ ਡੈਮੋ ਸੈਂਟਰਸ, ਪ੍ਰਦਰਸ਼ਨੀ ਕੇਂਦਰ ਇਹ ਸਾਰੇ ਪੰਜਾਬ ਵਿੱਚ ਬਣਾਵਾਂਗੇ। ਫੁਲਕਾ ਸਾਹਿਬ, ਕਿਸੇ ਤਰ੍ਹਾਂ ਦਾ ਕੋਈ ਖਰਚਾ ਵੀ ਇਸ ਦੇ ਵਿੱਚ ਵੱਧਦਾ ਹੈ ਜਦੋਂ ਇਹ ਚੀਜ਼ਾਂ ਲਗਾਈਆਂ ਜਾਂਦੀਆਂ, ਕਿਉਂਕਿ ਜਦੋਂ ਕਣਕ ਬੀਜਦੇ ਆ ਉਦੋਂ ਇੱਕੋ ਚੀਜ਼ ਹੀ ਬੀਜੀ ਜਾਂਦੀ ਤੇ ਸ਼ਾਇਦ ਇੱਕ ਚੀਜ਼ ਦਾ ਹੀ ਖਰਚਾ ਲੱਗਦਾ, ਜਦੋਂ 2-3 ਬੀਜੀਆਂ ਜਾਣਗੇ ਤੁਹਾਨੂੰ ਨਹੀਂ ਲੱਗਦਾ ਥੋੜਾ ਖਰਚਾ ਵਧੇਗਾ? ਇੱਕ ਨਾਰਮਲ ਕਿਸਾਨ ਵਾਸਤੇ, ਛੋਟੇ ਕਿਸਾਨ ਵਾਸਤੇ ਥੋੜਾ ਦਿੱਕਤ ਹੋਏਗੀ। ਇਹਦੇ ਨਾਲ ਖਰਚਾ ਘਟਦਾ, ਜੋ ਕੱਲੀ ਕਣਕ ਜਿੰਨੀ ਆਪਾਂ ਹੁਣ ਬੀਜਦੇ ਆ ਨਾ, ਉਹ ਕਣਕ ਦਾ ਬੀਜ ਬਹੁਤ ਘੱਟ ਲੱਗਦਾ। ਇਹਦੇ ਨਾਲ ਖਰਚਾ ਤਿੰਨਾਂ ਫਸਲਾਂ ਤੇ ਜਿੱਦਾਂ ਹੁਣ ਆਪਾਂ ਇੱਕ ਕਣਕ ਨੂੰ ਬੀਜਣ ਤੇ ਲਾਉਣੀ, ਉਦੋਂ ਘੱਟ ਖਰਚਾ ਤਿੰਨਾਂ ਫਸਲਾਂ ਤੇ। ਹੁਣ ਆ ਅਵਤਾਰ ਸਿੰਘ ਹੁਰੀ ਆ, ਇਹਨਾਂ ਨੇ ਇਹ ਸਿਸਟਮ ਇਹ ਬਣਾ ਰਹੇ ਆ, ਇਹਨਾਂ ਨੇ ਇਹ ASR ਵਿਧੀ ਵੀ ਲਾਈ ਆ, ਇਹਨਾਂ ਨੇ ਹੋਰ ਝੋਨੇ ਦੀ ਨਵੀਂ ਵਿਧੀ ਲਾਈ ਆ, ਸੁੱਕਾ ਕੱਦੂ ਦੀ ਵਿਧੀ ਵੀ ਕੀਤੀ ਆ, ਇਹਨਾਂ ਨੇ ਇਹ ਨਾਲ ਗੰਨਾ ਵੀ ਲਾਇਆ, ਇਸੇ ਤਰ੍ਹਾਂ ਬੈੱਡਸ ਦੇ ਉੱਪਰ ਲਗਾਇਆ। ਤੇ ਇਹ ਜੋ ਖਰਚਾ ਆਮ ਹੁੰਦਾ ਸੀ ਉਹਦੇ ਨਾਲੋਂ ਖਰਚਾ ਵੀ ਘਟਦਾ, ਇਹੋ ਚੀਜ਼ ਅਸਲੀ ਦੇਖਣ ਵਾਲੀ। ਤਾਂ ਇਸ ਕਰਕੇ ਅਸੀਂ ਇਹ ਸਾਰੇ ਨੰਬਰ ਪੰਫਲੇਟ ਦੇ ਉੱਤੇ ਦਿੱਤੇ ਹੋਏ ਆ, ਲੋਕਾਂ ਨੂੰ ਇੱਥੇ ਫੋਨ ਕਰਨ ਤੇ ਆਪਣੇ ਪਿੰਡਾਂ ਵਿੱਚ ਜਾ ਕੇ ਇੱਥੇ ਡੈਮੋਨਸਟ੍ਰੇਸ਼ਨ ਸੈਂਟਰ ਨੇ ਬਣਾਏ ਹੋਏ ਆ। ਇਹ ਡੈਮੋਨਸਟ੍ਰੇਸ਼ਨ ਸੈਂਟਰ ਇੱਕ ਇਹਨਾਂ ਨੇ ਦਸੂਆ ਬਣਾਇਆ, ਉੱਥੇ ਭੇਜੋ ਜਾ ਕੇ ਆਪਣੇ ਪਿੰਡਾਂ 'ਚੋਂ ਆਪਣੇ ਜਿਹੜੇ NRI ਆਪਣੇ ਠੇਕੇ ਵੱਲ ਨੂੰ ਭੇਜ ਦਿਓ, ਜਿਹੜੇ ਕਿਸਾਨ ਨੇ ਉਹ ਆਪਣੇ ਇੱਕ ਕਿਸੇ ਮੁੰਡੇ ਨੂੰ ਜਾਂ ਕੋਈ ਵੀ ਕਿਸਾਨ ਖੁਦ ਆ ਕੇ ਉੱਥੇ ਆ ਕੇ ਟ੍ਰੇਨਿੰਗ ਲੈ ਕੇ ਜਾ ਕੇ ਆਪਣੇ ਕਰੋ। ਤੁਸੀਂ ਸਭ ਇੰਨਾ ਚੰਗਾ ਵਿਜ਼ਨ ਹੈ ਤੁਹਾਡਾ, ਲੋਕਾਂ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਮੀਡੀਆ ਰਾਹੀਂ ਜਾ ਵੀ ਰਿਹਾ, ਪਰ ਸਰਕਾਰ ਤੱਕ ਪਹੁੰਚ ਕਿਉਂ ਨਹੀਂ ਕਰਦੇ ਕਿ ਉਹ ਤੁਹਾਡਾ ਵਿਜ਼ਨ ਅਡੈਪਟ ਕਰਕੇ ਖੁਦ ਅੱਗੇ ਕਰਵਾਏ? ਇਹ ਕੰਮ ਸਰਕਾਰਾਂ ਦਾ ਨਹੀਂ ਹੈ, ਸਿਆਸੀ ਲੋਕਾਂ ਦਾ ਨਹੀਂ, ਸਮਾਜੀ ਲੋਕਾਂ ਦਾ। ਸਮਾਜ ਨੂੰ ਬਦਲਣਾ ਸਮਾਜਿਕ ਲੋਕ ਹੀ ਬਦਲ ਸਕਦੇ ਆ, ਸਿਆਸੀ ਲੋਕ ਨਹੀਂ ਬਦਲ ਸਕਦੇ। ਤਾਂ ਇਸ ਕਰਕੇ ਸਰਕਾਰਾਂ ਵੱਲ ਦੇਖਣ ਦੀ ਲੋੜ ਵੀ ਨਹੀਂ, ਆਪਣੇ ਆਪ ਕਰੋ, ਸਾਡੀ ਆਪਣੀ ਜ਼ਿੰਮੇਵਾਰੀ। ਅਸੀਂ ਪਹਿਲਾਂ ਵੀ ਕਿਹਾ ਸੀ ਮੇਰੀ ਜ਼ਮੀਨ ਮੇਰੀ ਜ਼ਿੰਮੇਵਾਰੀ, ਕਿ ਮੈਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਮੈਨੂੰ ਮੁਆਵਜ਼ਾ ਨਹੀਂ ਦੇ ਰਿਹਾ, ਮੈਂ ਤਾਂ ਆਪਣੀ ਜ਼ਮੀਨ ਨੂੰ ਤਬਾਹ ਕਰੂੰਗਾ, ਕੱਦੂ ਹੀ ਵੇਚੂੰਗਾ। ਬਲਕਿ ਉਹ ਅਪਰੋਚ ਥੋੜ੍ਹਾ। ਹੁਣ ਇਹਨਾਂ ਨੇ ਕੀਤੀ ਆ, ਆਪਣੀ ਜ਼ਮੀਨ ਬਚਾਈ ਆ, ਇਹਨਾਂ ਨੇ 7-8 ਹਜ਼ਾਰ ਰੁਪਇਆ ਵੀ ਬਚਾਇਆ। ਹੁਣ ਇਹ ਦੇਖੋ, ਇਹ ਕਹਿੰਦੇ ਜੀ ਬਲਕਿ ਇਹਨਾਂ ਦੀ ਜ਼ਮੀਨ ਦੇ ਆਸੇ-ਪਾਸੇ ਜਿੱਥੋਂ ਅੱਛਾ ਦੂਜੇ ਜਿਹੜੇ ਅੱਜ ਕੱਲ੍ਹ ਹੜ੍ਹ ਆ ਰਹੇ ਆ, ਉਹ ਸਾਰੇ ਤਾਂ ਆ ਰਿਹਾ ਕਿ ਅਸੀਂ ਕੱਦੂ ਕਰਕੇ ਲੈਂਟਰ ਲਾਤਾ। ਥੋੜ੍ਹਾ ਜਿਹਾ ਮੀਂਹ ਪੈਂਦਾ, ਥੱਲੇ ਤਾਂ ਜ਼ਮੀਨ 'ਤੇ ਜਾਂਦਾ ਹੀ ਨਹੀਂ ਪਾਣੀ। ਉਹ ਹੁਣ ਇਹ ਕਹਿੰਦੇ ਕਿ ਇਹ ਜ਼ਮੀਨ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਆ ਜੇ, ਪਾਣੀ ਖੜਦਾ ਹੀ ਨਹੀਂ, ਸਾਰਾ ਥੱਲੇ ਹੜ੍ਹ ਹੀ ਨਹੀਂ ਆਉਣੇ। ਉਸ ਤੋਂ ਮਗਰੋਂ ਹੁਣ ਬਾਰਿਸ਼ ਘਟ ਗਈ, ਹੜ੍ਹ ਵੱਧ ਗਏ, ਉਹ ਕੱਦੂ ਕਰਕੇ ਹੋ ਰਿਹਾ, ਕੱਦੂ ਕਰਕੇ। ਮਤਲਬ ਕਿ ਜਿਹੜੇ ਲੋਕਾਂ ਨੇ ਕੀਤਾ, ਤੁਸੀਂ ਇਹਨਾਂ ਦੇ ਜਾ ਕੇ ਦੇਖੋ। ਫੁਲਕਾ ਸਾਹਿਬ ਦੇ ਨਾਲ ਅਸੀਂ ਗੱਲ ਕੀਤੀ ਤੇ ਨਾਲ ਹੀ ਕਿਸਾਨ ਵੀ ਮੌਜੂਦ ਨੇ ਜਿਨ੍ਹਾਂ ਨੇ ASR ਵਿਧੀ ਵੀ ਅਪਣਾਈ ਤੇ ਨਵੀਂ ਜਿਹੜੀ ਟੈਕਨੀਕ ਉਹਨਾਂ ਨੇ ਅਪਣਾਈ ਹੈ। ਤੁਸੀਂ ਕਿਸ ਤਰੀਕੇ ਨਾਲ ਖੇਤੀ ਕਰ ਰਹੇ ਹੋ, ਪੁਰਾਣੀ ਖੇਤੀ ਤੋਂ ਕਿਸ ਤਰੀਕੇ ਨਾਲ ਵੱਖ ਹੈ? ਨਹੀਂ, ਹੁਣ ਦੋਵੇਂ ਅਸੀਂ ਨਾ ਲੋਕਾਂ ਨੂੰ ਦਿਖਾਉਣ ਵਾਸਤੇ 3 ਤਰੀਕਿਆਂ ਨਾਲ ਜੀਰੀ ਲਾਈ ਹੈ ਐਤਕੀ। ਇੱਕ ਤਾਂ ASR ਵਿਧੀ ਹੈ ਜਿਹੜੀ ਵੀ ਆਪਣੇ ਸਵਾਗੇ ਮਾਰ ਕੇ 6 ਸਵਾਗੇ ਮਾਰਨੇ ਆ ਸੁੱਕੀ ਜੇ, ਇੱਕ ਸਿਰਫ ਸੁੱਕੇ ਜੇ ਸਵਾਗੇ ਮਾਰ ਕੇ ਬਸ ਆਪਣੇ ਆਮ ਝੋਨੇ ਵਾਂਗ ਉਹ ਲਾਇਆ, ਇੱਕ ਕੱਦੂ ਕਰਕੇ ਵੀ ਲਾਇਆ। ਉਹ ਲੋਕਾਂ ਨੂੰ ਦਿਖਾਇਆ ਵੀ ਦੇਖੋ ਕਿੰਨਾ ਫਰਕ ਹੈ। ਜਿਹੜਾ ਇਹ ਇੱਕਣ ਨਾਲ ਤਾਂ ਜੀਰੀ ਵਧੀਆ, ਖਰਚ ਬਹੁਤ ਘਟਿਆ ਇਹਦੇ ਪਰ, ਕਿਉਂ ਡੀਜ਼ਲ ਦੀ ਬਹੁਤ ਖਪਤ ਘਟ ਗਈ, ਮਿਹਨਤ ਬਹੁਤ ਘਟ ਗਈ, ਬਾਕੀ ਜ਼ਮੀਨ ਜਿਹੜੀ ਪਾਣੀ ਖਾਣ ਲੱਗ ਗਈ। ਖਰਚੇ ਤੇ ਮੁਨਾਫੇ ਦੇ ਵਿੱਚ ਕਿੰਨਾ ਕੁ ਫਰਕ ਆਇਆ ਕਿ ਜਿਵੇਂ ਤੁਸੀਂ 3 ਵਿਧੀਆਂ ਨਾਲ ਕੀਤੀ, ਕਿੰਨਾ ਖਰਚਾ ਆਇਆ ਤਿੰਨੋਂ ਤੇ ਮੁਨਾਫਾ ਸਭ ਤੋਂ ਵੱਧ ਕਾਹਦੇ 'ਚ ਹੋਇਆ ਤੁਹਾਨੂੰ? ਮੁਨਾਫਾ ਤਾਂ ਇਹ ਤੋਂ ASR ਜਿਹੜੀ ਆਪਣੀ ਤੇ ਸੁੱਕਾ ਕੱਦੂ ਹੈ, ਇਹਨਾਂ 'ਚੋਂ ਮੁਨਾਫਾ। ਜਿਹਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ, ਉੱਥੇ ਤਾਂ 6-6 ਹਜ਼ਾਰ ਰੁਪਏ ਦਾ ਸਪਰੇਅ ਦਾ ਖਰਚਾ ਆ ਜਾਂਦਾ। ਜਿਹੜੀ ਦੂਜੀ ਹੈ ਉੱਥੇ ਕਿ ਪਾਣੀ ਸੁੱਕਦਾ ਹੀ ਨਹੀਂ ਥੱਲਿਓਂ, ਉਹਦੇ ਨਾਲ ਫਿਰ ਉੱਲੀ ਰੋਗ ਬਹੁਤ ਲੱਗਦੇ ਆ। ਜਦੋਂ ਆਪਣੀ ਥੇੜਾਂ ਤੱਕ ਫਸਲ ਸੁੱਕ ਜਾਂਦੀ ਹੈ ਤਾਂ ਉਹ ਸਾਫ਼ ਰਹਿੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਹਰ ਇੱਕ ਕਿਸਾਨ ਜਿਹਦੇ ਕੋਲ ਬਹੁਤ ਘੱਟ ਜ਼ਮੀਨ ਹੈ ਉਹ ਵੀ ਇਸ ਨੂੰ ਅਡੈਪਟ ਕਰ ਸਕਦਾ ਹੈ ਤੇ ਅੱਗੇ ਲਿਜਾ ਸਕਦਾ, ਆਪਣੀ ਆਮਦਨ ਵਧਾ ਸਕਦਾ? ਹਾਂ, ਜਿਹੜੇ ਕਿਸਾਨ ਨਾ ਵੀ ਹੱਥੀਂ ਮਿਹਨਤ ਕਰਨ ਵਾਲਾ ਕਿਸਾਨ ਹੈ, ਉਹ ਤਾਂ ਬਹੁਤ ਜ਼ਿਆਦਾ ਇਹ 'ਚ ਕਾਮਯਾਬ ਹੋ ਸਕਦਾ ਹੈ। ਵੀ ਹੱਥੀਂ ਮਿਹਨਤ ਜ਼ਰੂਰੀ ਹੈ, ਕਿਉਂ ਜਿਹੜੀ ਇਹ ਤਕਨੀਕ ਹੈ ਡਾਕਟਰ ਅਵਤਾਰ ਸਿੰਘ ਫਗਵਾੜੇ ਉਹਨਾਂ ਦੀ, ਇਹ 'ਚ ਹੱਥੀਂ ਕੰਮ ਬਹੁਤ ਕਰਨਾ ਪੈਂਦਾ। ਵੀ ਜਿਹੜਾ ਹੁਣ ਆਪਣੇ ਇਹੀ ਆਪਣੀ ਤਰਾਸਦੀ ਹੈ ਪੰਜਾਬ ਦੀ, ਸਾਰੇ ਦੇਸ਼ ਦੀ, ਵਰਕ ਕਲਚਰ ਨਹੀਂ ਰਿਹਾ ਆਪਣੇ, ਵੀ ਲੋਕ ਕੰਮ ਕਰਕੇ ਰਾਜੀ ਨਹੀਂ, ਵੀ ਉਹਦੇ ਕਰਕੇ ਪ੍ਰੋਬਲਮ ਵੀ ਆਉਂਦੀ ਹੈ। ਇਹ ਤਕਨੀਕ ਨੂੰ ਵੀ ਤਾਂ ਹੀ ਇੰਨਾ ਲੋਕ ਉਹ ਨਹੀਂ ਅਪਣਾ ਰਹੇ, ਵੀ ਲੋਕ ਹੱਥੀਂ ਕੰਮ ਕਰਕੇ ਰਾਜੀ ਨਹੀਂ ਹੈਗੇ।
ਹਾਂ ਜੀ। ਸਾਡੇ ਨਾਲ ਐਚਐਸ ਫੂਲਕਾ ਹੋਰਾਂ ਨੇ ਵੀ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਨਵੀਆਂ ਜਿਹੜੀਆਂ ਤਕਨੀਕਾਂ ਇਜਾਦ ਹੋ ਰਹੀਆਂ ਨੇ ਉਹ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਨੇ, ਕਿਉਂਕਿ ਇੱਕ ਪਾਸੇ ਜਿਹੜੇ ਛੋਟੇ ਕਿਸਾਨ ਨੇ ਉਹ ਆਪਣਾ ਆਪ ਹੀ ਸੋਚਣ, ਆਪਣੀ ਜ਼ਮੀਨ ਵਾਸਤੇ ਆਪ ਹੀ ਸੋਚਣ ਕਿ ਆਮਦਨ ਕਿਸ ਤਰ੍ਹਾਂ ਵਧਾਈ ਜਾ ਸਕਦੀ ਹੈ। ਹਾਲਾਂਕਿ ਸਰਕਾਰ ਦੇ ਉੱਤੇ ਵੀ ਜ਼ਰੂਰ ਸ਼ਬਦੀ ਹਮਲੇ ਕੀਤੇ ਨੇ ਫੂਲਕਾ ਸਾਹਿਬ ਨੇ ਕਿ ਇਹ ਜਿਹੜਾ ਕੰਮ ਹੈਗਾ ਸਿਆਸੀ ਲੋਕਾਂ ਦਾ ਨਹੀਂ ਹੈਗਾ, ਕਿਉਂਕਿ ਉਹਨਾਂ ਕੋਲ ਹੋਰ ਵੀ ਰੁਝੇਵੇਂ ਬਹੁਤ ਨੇ। ਉੱਥੇ ਜਿਹੜੇ ਕਿਸਾਨ ਹੈਗੇ ਨੇ ਜਿਨ੍ਹਾਂ ਨੇ ਖੁਦ ਇਹ ਜਿਹੜੀ ਖੇਤੀ ਹੈਗੀ ਇਹਦੀ ਤਕਨੀਕ ਅਡਾਪਟ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਜਿਹੜੇ ਆਪਣੀ ਫਸਲ ਬੋਈ ਸੀ, ਪਰ ਉਹਨਾਂ ਨੂੰ ਫਾਇਦਾ ਉੱਥੇ ਮਿਲਿਆ ਜਿੱਥੇ ਉਹਨਾਂ ਨੇ ਹੱਥੀਂ ਕੰਮ ਕੀਤਾ ਹੈ। ਕਿ ਜ਼ਰੂਰ ਤਕਨੀਕ ਬਦਲਣ ਦੇ ਨਾਲ ਕਿਤੇ ਨਾ ਕਿਤੇ ਹੱਥ ਦਾ ਕੰਮ ਜ਼ਿਆਦਾ ਵੱਧਦਾ ਹੈ, ਪਰ ਸੱਚੀ ਦੇ ਵਿੱਚ ਅਗਰ ਉਹ ਕੀਤਾ ਜਾਏ ਤਾਂ ਜ਼ਰੂਰ ਤੁਸੀਂ ਖੇਤੀ ਦੇ ਵਿੱਚ ਵੀ ਮੁਨਾਫਾ ਲੈ ਸਕਦੇ ਹੋ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ।